ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਪਿਆਰੇ YouTube ਚੈਨਲ ਆਰਕੇ ਸਟੱਡੀ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਇਸ ਕਲਾਸ ਦੇ ਵਿੱਚ ਤੁਹਾਡੇ ਲਈ ਸਪੈਸ਼ਲ ਜੀਕੇ ਦੇ ਕੁਐਸਚਨ ਲੈ ਕੇ ਆਏ ਜੀ, ਜੋ ਆਪਣੇ ਅੱਗੇ ਐਗਜ਼ਾਮ ਹੋਣਗੇ। ਸੋ ਕੁਐਸਚਨ ਪੋਲੀਟੀਕਲ ਸਾਇੰਸ ਦੇ ਨੇ ਅਤੇ ਇਸ ਦੇ ਵਿੱਚੋਂ ਤੁਹਾਨੂੰ ਆਪਣਾ ਟੈਸਟ ਵੀ ਲਗਾ ਕੇ ਵੇਖਣਾ ਹੈ ਕਿ ਤੁਹਾਡੇ ਇਸ ਦੇ ਵਿੱਚੋਂ ਕਿੰਨੇ ਰਾਈਟ ਜਾਂਦੇ ਨੇ, ਠੀਕ ਹੈ ਜੀ। ਅਤੇ ਆਪਣੇ ਆਨਸਰ ਜੋ ਨੀਚੇ ਕਮੈਂਟ ਬਾਕਸ ਵਿੱਚ ਕਰਨੇ ਨੇ। ਅਤੇ ਜੇ ਤੁਹਾਨੂੰ PDF ਗਾਈਸ ਪਹਿਲਾਂ ਵਾਂਗ ਹੀ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜਾਏਗੀ, ਅਤੇ ਜੋ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ, ठीक है जी। तो बिना टाइम वेस्ट करवाए सो अज की क्लास ਨੂੰ स्टार्ट करते हैं ਆਪਾਂ। फस्ट क्वेश्चन अपने कोल, ਹੇਠ ਲਿਖੇ ਵਿੱਚੋਂ कौन केंद्र सरकार ਦਾ ਪਹਿਲਾ ਕਾਨੂੰਨ ਅਧਿਕਾਰੀ ਹੈ। ਤਾਂ ਦੋਸਤੋ ਇਹਨਾਂ ਦੇ ਵਿੱਚ ਪੁੱਛਿਆ ਆਪਣਾ ਕੋਲ ਫਸਟ ਲਾਅ ਆਫਿਸਰ ਆਫ ਦਾ ਸੈਂਟਰਲ ਗਵਰਨਮੈਂਟ। ਤਾਂ ਇਹਨਾਂ ਦੇ ਵਿੱਚ ਦੱਸਣਾ ਆਪਣੇ ਸਹੀ ਆਨਸਰ ਕਿਹੜਾ ਹੋਏਗਾ। ਸੋ ਰਾਈਟ ਆਨਸਰ ਆਪਸ਼ਨ ਨੰਬਰ B ਅਟਾਰਨੀ ਜਨਰਲ ਹੈ, ਠੀਕ ਹੈ ਜੀ। ਕੇਂਦਰ ਸਰਕਾਰ ਦਾ ਜੋ ਪਹਿਲਾ ਕਾਨੂੰਨ ਅਧਿਕਾਰੀ ਹੈ ਫਸਟ ਲਾਅ ਆਫਿਸਰ ਅਟਾਰਨੀ ਜਨਰਲ ਹੁੰਦਾ ਜੀ। B ਆਪਸ਼ਨ ਇਜ਼ ਦਾ ਰਾਈਟ ਆਨਸਰ। ਅਤੇ ਇਸ ਦੇ ਨਾਲ ਜੁੜੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਹਾਂ। ਅਟਾਰਨੀ ਜਨਰਲ ਬਾਰੇ ਲਿਖਿਆ, ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਅਟਾਰਨੀ ਜਨਰਲ ਜਿਨ੍ਹਾਂ ਕੋਲ ਸੁਪਰੀਮ ਕੋਰਟ ਦੇ ਜੱਜ ਬਣਨ ਦੀ ਯੋਗਤਾ ਹੈ। ਅਟਾਰਨੀ ਜਨਰਲ ਕੇਂਦਰ ਸਰਕਾਰ ਦੇ ਪਹਿਲੇ ਕਾਨੂੰਨ ਅਧਿਕਾਰੀ ਵੀ ਨੇ, ਠੀਕ ਹੈ ਜੀ। ਸੋ ਇਹੀ ਤੁਹਾਨੂੰ ਮੈਂ ਆਨਸਰ ਦਿੱਤਾ ਹੈ ਅਤੇ ਇਹਨਾਂ ਦੀ ਬਾਰੇ ਜਾਣਕਾਰੀ ਸੀ। ਸੋ ਯਾਦ ਰੱਖਿਓ ਤੁਸੀਂ ਕੁਐਸਚਨ ਨੂੰ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਰੈਗੂਲੇਟਿੰਗ ਐਕਟ ਕਿਸ ਸਾਲ ਵਿੱਚ ਪਾਸ ਕੀਤਾ ਗਿਆ ਸੀ। ਅਤੇ ਦੋਸਤੋ ਜਿਹੜਾ ਤੁਹਾਨੂੰ ਆਨਸਰ ਇਸ ਦੇ ਵਿੱਚ ਪਤਾ ਲੱਗਦਾ ਹੈ, ਸੋ ਉਸ ਦੇ ਨਾਲ ਜੋ ਐਕਸਟਰਾ ਜਾਣਕਾਰੀ ਮੈਂ ਤੁਹਾਨੂੰ ਦੱਸਦਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਇਹਨਾਂ ਕੁਐਸਚਨ ਤੋਂ ਹਟ ਕੇ ਅਲੱਗ ਜਾਣਕਾਰੀ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ। ਤਾਂ ਇਹ ਸਹੀ ਆਨਸਰ ਹੋਏਗਾ C ਆਪਸ਼ਨ 1773 ਦੇ ਵਿੱਚ। ਰੈਗੂਲੇਟਿੰਗ ਐਕਟ 1773 ਸੋ ਇਸ ਵਿੱਚ ਪਾਸ ਕੀਤਾ ਗਿਆ ਸੀ 1773 ਦੇ ਵਿੱਚ। ਅਤੇ ਇਸ ਦੇ ਨਾਲ ਦੇਖੋ ਜੋ ਜਾਣਕਾਰੀ ਹੈ ਇੰਪੋਰਟੈਂਟ, 1773 ਦਾ ਰੈਗੂਲੇਟਿੰਗ ਐਕਟ ਵਿਦੇਸ਼ ਨੀਤੀ ਦੇ ਮਾਮਲਿਆਂ ਦੇ ਵਿੱਚ, ਠੀਕ ਹੈ, ਇਸ ਨਾਲ ਸੰਬੰਧਿਤ ਸੀ ਇਹ ਰੈਗੂਲੇਟਿੰਗ ਐਕਟ। ਇਸ ਐਕਟ ਨੇ ਬੰਬਈ ਅਤੇ ਮਦਰਾਸ ਨੂੰ ਰਾਸ਼ਟਰਪਤੀ, ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਦੇ ਅਧੀਨ ਕਰ ਦਿੱਤਾ ਸੀ, ਠੀਕ ਹੈ। ਸੋ ਇਸ ਦਾ ਮੁੱਖ ਜੋ ਉਦੇਸ਼ ਹੈ ਇਹ ਦੱਸਿਆ ਗਿਆ ਹੈ ਇਸਦਾ, ਠੀਕ ਹੈ। ਸੋ ਕਿਸ ਦੇ ਮਾਮਲੇ ਵਿੱਚ ਸੀ ਇਹ ਵਿਦੇਸ਼ ਨੀਤੀ ਦੇ ਮਾਮਲਿਆਂ ਦੇ ਵਿੱਚ ਸੰਬੰਧਿਤ ਸੀ, ਠੀਕ ਹੈ। ਸੋ ਇਹ ਯਾਦ ਰੱਖਿਓ, ਰੈਗੂਲੇਟਿੰਗ ਐਕਟ 1773 ਦੇ ਨਾਲ ਸੰਬੰਧਿਤ ਸੀ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹਾਂਜੀ ਦੋਸਤੋ, ਨੈਕਸਟ ਕੁਐਸਚਨ ਹੈ ਆਪਣੇ ਕੋਲ, ਭਾਰਤ ਦੇ ਕਿਹੜੇ ਰਾਜ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਪਹਿਲੀ ਵਾਰ 2 ਅਕਤੂਬਰ 1959 ਨੂੰ ਲਾਗੂ ਕੀਤੀ ਗਈ ਸੀ। 2 ਅਕਤੂਬਰ 1959 ਨੂੰ ਲਾਗੂ ਕੀਤੀ ਗਈ ਸੀ। ਇਹ ਭਾਰਤ ਦੇ ਇੱਕ ਸਟੇਟ ਦੇ ਵਿੱਚ ਕੀਤੀ ਗਈ ਸੀ ਦੋਸਤੋ ਇਹ। ਸੋ ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ D ਰਾਜਸਥਾਨ ਦੇ ਵਿੱਚ, ਠੀਕ ਹੈ ਜੀ। ਅਤੇ ਰਾਜਸਥਾਨ ਦੇ ਵਿੱਚ ਵੀ ਅੱਗੇ ਦੱਸਿਆ ਇਹਨਾਂ ਨੇ ਕਿੱਥੇ, ਉਹ ਤੁਹਾਨੂੰ ਸਾਰੀ ਜਾਣਕਾਰੀ ਦੇ ਵਿੱਚ ਦੱਸਾਂਗੇ। ਤਾਂ ਤੁਸੀਂ ਡੇਟ ਰੱਖਿਓ ਜੀ ਗਾਈਜ਼ ਹੈ, ਪਹਿਲੀ ਵਾਰ 2 ਅਕਤੂਬਰ 1959 ਨੂੰ ਲਾਗੂ ਕੀਤੀ ਗਈ ਸੀ ਪਹਿਲੀ ਵਾਰ ਪੰਚਾਇਤੀ ਰਾਜ ਪ੍ਰਣਾਲੀ ਰਾਜਸਥਾਨ ਦੇ ਵਿੱਚ। ਅਤੇ ਜਾਣਕਾਰੀ ਦੇ ਵਿੱਚ ਵੇਖੋ, ਪੰਚਾਇਤੀ ਰਾਜ ਪ੍ਰਣਾਲੀ ਜੋ ਪਹਿਲੀ ਵਾਰ 2 ਅਕਤੂਬਰ 1959 ਨੂੰ ਨਾਗੌਰ ਰਾਜਸਥਾਨ ਭਾਰਤ ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਠੀਕ ਹੈ ਜੀ। ਰਾਜਸਥਾਨ ਦੇ ਨਾਗੌਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੰਵਿਧਾਨ ਵਿੱਚ 1991 ਦੇ ਵਿੱਚ 73ਵੇਂ ਸੰਵਿਧਾਨਕ ਸੋਧ ਐਕਟ 1993 ਦੇ ਅਧੀਨ ਮਾਨਤਾ ਦਿੱਤੀ ਗਈ ਸੀ, ਠੀਕ ਹੈ ਜੀ। ਇਹ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦਾ ਕਈ ਵਾਰ। ਸੋ 1991 ਦੇ ਵਿੱਚ ਕਿਹੜਾ ਸੰਵਿਧਾਨਕ ਸੋਧ ਐਕਟ ਸੀ, 73ਵਾਂ, ਠੀਕ ਹੈ, ਇਹ ਸੋਧ ਐਕਟ ਸੀ। ਅਤੇ ਇਸ ਨੂੰ ਸਥਾਨਕ ਸਵੈ ਸਰਕਾਰ ਵੀ ਕਿਹਾ ਜਾਂਦਾ ਹੈ। ਸੋ ਇਹ ਇੰਪੋਰਟੈਂਟ ਜਾਣਕਾਰੀ ਸੀ। ਅਤੇ ਗਾਈਜ਼ ਮੈਂ ਤੁਹਾਨੂੰ ਇਹ ਮੂੰਹ ਜ਼ਬਾਨੀ ਵੀ ਦੱਸ ਸਕਦਾ, ਬਟ ਮੈਂ ਇੱਥੇ ਨੋਟ ਕਿਉਂ ਕੀਤਾ ਹੈ ਕਿਉਂਕਿ ਜੋ ਤੁਹਾਨੂੰ PDF ਮਿਲੇ ਨਾਲ ਤਾਂ ਤੁਸੀਂ ਇਸ ਨੂੰ ਦੁਬਾਰਾ ਵੀ ਰਿਵਾਈਜ਼ ਕਰ ਸਕੋ, ਠੀਕ ਹੈ, ਨੋਟਸ ਵਧੀਆ ਤੁਹਾਡੇ ਬਣ ਜਾਣ, ਠੀਕ ਹੈ ਜੀ। ਸੋ ਇਹ ਕੁਐਸਚਨ ਇੰਪੋਰਟੈਂਟ ਹੈ, ਸੋ ਯਾਦ ਰੱਖਿਓ। ਅਤੇ ਰਾਜਸਥਾਨ ਤੋਂ ਬਾਅਦ ਫਿਰ ਆਂਧਰਾ ਪ੍ਰਦੇਸ਼ ਸੀ ਗਾਈਜ਼, ਠੀਕ ਹੈ, ਜੋ ਪੰਚਾਇਤੀ ਰਾਜ ਪ੍ਰਣਾਲੀ ਨੂੰ ਅਪਣਾਉਣ ਵਾਲਾ ਸੀ। ਤਾਂ ਸੈਕਿੰਡ ਨੰਬਰ 'ਤੇ ਉਸ ਨੂੰ ਵੀ ਯਾਦ ਰੱਖਿਓ। ਨੈਕਸਟ ਕੁਐਸਚਨ, ਭਾਰਤ ਵਿੱਚ ਉਪ ਰਾਸ਼ਟਰਪਤੀ ਕਿਸ ਦੁਆਰਾ ਚੁਣਿਆ ਜਾਂਦਾ ਹੈ। ਯਾਨੀ ਕਿ ਉਪ ਰਾਸ਼ਟਰਪਤੀ ਚੋਣ ਹੈ ਕਿਸ ਦੁਆਰਾ ਕੀਤੀ ਜਾਂਦੀ ਹੈ। ਤਾਂ ਜੋ ਉਪ ਰਾਸ਼ਟਰਪਤੀ ਚੋਣ ਹੈ ਗਾਈਜ਼ ਇਹ ਸੰਸਦ ਦੁਆਰਾ ਕੀਤੀ ਜਾਂਦੀ ਹੈ। C ਆਪਸ਼ਨ ਰਾਈਟ ਆਨਸਰ ਹੋਏਗਾ ਇਸ ਦਾ। ਸੋ ਭਾਰਤ ਵਿੱਚ ਉਪ ਰਾਸ਼ਟਰਪਤੀ ਚੋਣ ਸੰਸਦ ਦੁਆਰਾ ਕੀਤੀ ਜਾਂਦੀ ਹੈ। ਅਤੇ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਅਜਿਹੀਆਂ ਚੋਣਾਂ ਦੇ ਵਿੱਚ ਵੋਟਿੰਗ ਹੈ ਜੋ ਉਹ ਗੁਪਤ ਰੂਪ ਦੇ ਵਿੱਚ ਹੁੰਦੀ ਹੈ, ਯਾਨੀ ਕਿ ਕੀਤੀ ਜਾਂਦੀ ਹੈ। ਤਾਂ ਇਹ ਯਾਦ ਰੱਖਿਓ, ਕਈ ਵਾਰ ਆਪਸ਼ਨ ਦੇ ਵਿੱਚ ਬਣ ਜਾਂਦਾ ਹੈ ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰਾਂ ਦੁਆਰਾ, ਠੀਕ ਹੈ, ਜੋ ਕਿ ਉਪ ਰਾਸ਼ਟਰਪਤੀ ਚੋਣ ਹੈ ਕੀਤੀ ਜਾਂਦੀ ਹੈ। 5 ਕੁਐਸਚਨ ਆਪਣੇ ਕੋਲ, ਕਿਸ ਸਾਲ ਭਾਰਤ ਦੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਨੂੰ ਅਪਣਾਇਆ। ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਨੂੰ ਅਪਣਾਇਆ ਸੀ। ਸੋ ਕਿਹੜਾ ਸਨ ਸੀ ਉਹ। ਸੋ ਰਾਈਟ ਆਨਸਰ ਆਪਸ਼ਨ ਨੰਬਰ C 1950। ਭਾਰਤ ਦੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਨੂੰ 1950 ਦੇ ਵਿੱਚ ਅਪਣਾਇਆ ਸੀ। ਅਤੇ ਕੀ ਇਸ ਦੇ ਵਿੱਚ ਲਿਖਿਆ, ਭਾਰਤ ਦਾ ਰਾਸ਼ਟਰੀ ਗੀਤ ਜਿਸ ਦਾ ਅਰਥ ਹੈ ਜਨ ਗਣ ਮਨ ਦੇ ਮਨਾਂ ਦਾ
सो नेता की महिमा, ठीक है जी, जो भारत की किस्मत का निर्माता है, जो कि संविधान सभा ने 24 जनवरी 1950 ਨੂੰ अपनाया सी। सो ਆਪਾਂ ਨੇ क्वेश्चन ਦੇ ਵਿੱਚ ਗੱਲ ਕਰ ਲਈ, ਤਾਂ ਇਸ ਨੂੰ याद रखे गाइस। नैक्सट क्वेश्चन है दल बदली ਨਾਲ संबंधित कानून का जिक्र किस अनुसूची ਵਿੱਚ ਕੀਤਾ ਗਿਆ है। तो गाइस ਤੁਹਾਨੂੰ मैं दसदा, सो अपने संविधान ਦੇ ਵਿੱਚ 12 अनुसूचियां शामिल ने, ठीक है जी। तो इत्थे पूछा गया है कानून का जिक्र है जो किस अनुसूची ਵਿੱਚ ਕੀਤਾ ਗਿਆ दल बदली ਦੇ ਨਾਲ, ठीक है। दल बदली ਨਾਲ संबंधित जो कानून का जिक्र है वो 10वीं अनुसूची ਵਿੱਚ ਕੀਤਾ ਗਿਆ है। सो राइट आंसर ਕਿਹੜਾ होगा, डी ऑप्शन राइट होगा 10वां, ठीक है। जो 10वां अनुसूची अपनी वो दल बदली ਨਾਲ संबंधित है। ਭਾਰਤੀ संविधान की 10वीं अनुसूची जिसनों कि विरोधी दल विरोधी कानून भी कहा जाता है। सो ये बड़ी इंपॉर्टेंट जानकारी तुहाडे लई, जे नहीं पता होंदा गाइस तो नोट कर लिया करो, ठीक है जी। दल बदली नाल जुड़े कानून का जिक्र इस 10वीं अनुसूची दे विच कीता गया है, ठीक है जी। सो ये इंपॉर्टेंट क्वेश्चन है अनुसूची नाल, तां एग्जाम दे विच क्वेश्चन बन जाते हैं इहो जी। नैक्सट वेखो क्वेश्चन, भारत के कंपट्रोलर अते ऑडिटर जनरल नूं किस लेख विच नियुक्त किया गया है। सो लेख मतलब अनुच्छेद ही है गाइस, ठीक है, जो कि भारत के कंपट्रोलर अते ऑडिटर जनरल ने, सो उसनूं किस अनुच्छेद दे विच नियुक्त किया गया है, तो अपने आर्टिकल दसना है अनुच्छेद। सो इन्हां ऑप्शनों के विचों, सो बड़ा इंपॉर्टेंट क्वेश्चन है गाइस ये, ऑप्शन नंबर ए राइट आंसर है आर्टिकल 149 दे विच, ठीक है, अनुच्छेद 149 दे विच है। सो भारत के कंपट्रोलर अते ऑडिटर जनरल नूं सो उन्हां नूं नियुक्त किया जाता है, ठीक है जी। सो ये बड़ी डीपली क्वेश्चन पूछे जाते हैं कई बार एग्जाम के विच, तां इन्हां वाल अपना ध्यान नहीं जाता। सो यह जी क्वेश्चन याद रखियो गाइस। नैक्सट क्वेश्चन देखो, भारतीय संविधान सभा की पहली मीटिंग किस साल दे विच होई सी। संविधान सभा की पहली मीटिंग किहड़े साल दे विच होई सी, ये हुई सी गाइस 1946 दे विच। सो ये ऑप्शन राइट आंसर है। सो भारतीय संविधान सभा की पहली मीटिंग 1946 दे विच होई सी, ते इस दे विच सो प्रधान बनाया गया सी। देखो भारतीय संविधान सभा की पहली मीटिंग 9 दसंबर 1946 नूं नवीं दिल्ली विच कौंसल चैंबर की लाइब्रेरी बिल्डिंग दे विच होई सी, ठीक है जी। सो ये सारी जानकारी है। सो पूछ लेंदे ने कित्थे हुई सी, नवीं दिल्ली दे विच हुई सी, इत्थे कौंसल चैंबर की लाइब्रेरी बिल्डिंग दे विच हुई सी। करेक्ट डेट है 9 दसंबर 1946, जिस दे विच सब तो पुराने मैंबर डॉक्टर सच्चिदानंद सिन्हा नूं असैंबली का आरजी प्रधान चुनिया गया सी, यानी कि इन्हां नूं पक्के तौर पर प्रधान नहीं चुनिया गया सी, इन्हूं आरजी तौर पर बनाया गया सी। ते उस तो बाद डॉक्टर जो अपने राजेंद्र प्रसाद ने इन्होंने पक्के तौर पर प्रधान बना दिता गया सी, ठीक है जी। तो याद रखियो, सो ये आरजी तौर पर बनाए गए सी डॉक्टर सच्चिदानंद। नैक्सट क्वेश्चन, हेठ लिखियां विचों कौन सुप्रीम कोर्ट का पहला मुख जज सी। सुप्रीम कोर्ट का पहला मुख जज सी, मोस्टली बहुत सारे बच्चों को याद ही होना है क्वेश्चन। सो तुसीं करैक्ट किया सी ऑप्शन, तो बिल्कुल राइट आंसर है हीरा लाल जे कानिया, ठीक है गाइस। सो यही सी सुप्रीम कोर्ट के पहले मुख जज, ठीक है जी। नैक्सट क्वेश्चन की गल करते हैं, भारत में संविधान द्वारा कितनी भाषावां नूं मानता दी गई है। बड़ा बेसिक जिहा क्वेश्चन है, ऑलमोस्ट सारे बच्चों को पता ही है। सो 22 भाषावां नूं मानता दी गई है, डी ऑप्शन राइट आंसर है जी। इस तो इलावा भारत में होर भी भाषावां का सन्मान यानी कि सत्कार किया जाता है। तो देखो गाइस, भारतीय संविधान की 8वीं सूची के, ठीक है, भाषावां की जो किहड़ी सूची बनी हुई है 8वीं सूची है, ठीक है। सो ये भी क्वेश्चन बन जाता है एग्जाम के, 22 भाषावां हैं। इस तो इलावा भारत सरकार ने कन्नड़, मलयालम, उड़िया, संस्कृत, तमिल और तेलुगु नूं शास्त्री भाषा का सन्मान है जो दिता है इन्हों, ठीक है जी। ये भाषावां ने जिहड़ियां भारत सरकार द्वारा, तो अनुसूची जरूर याद रखियो इन्हां दी। सो 8वीं सूची दे विच ये शामिल की गई ने भाषावां जी, 22 भाषावां। नैक्सट क्वेश्चन, इन्हां विचों किहड़ियां नियुक्तियां नूं भारत के राष्ट्रपति का अधिकार नहीं है। किहड़ी नियुक्ति है जो भारत के राष्ट्रपति नहीं करते। ऑप्शनस पढ़ते आपां। सो राज दे राजपाल ये करते हैं दोस्तों, राज लोक सेवा कमीशन के चेयरमैन का ये नहीं करते। नैक्सट क्वेश्चन जो अपने ऑप्शन है, केंद्रीय मंत्री इन्हों भी करते हैं, हाई कोर्ट के जज इन्हों भी। तो राइट आंसर किहड़ा है, सो इन्होंने पूछा अधिकार नहीं है। सो बी ऑप्शन राइट होगा, राज लोक सेवा कमीशन के चेयरमैन की। सो बी ऑप्शन राइट आंसर है, ठीक है जी। तो ये क्वेश्चन एग्जाम के भी पुछे हुए थे सीधा बिल्कुल एवं का एवं। तो यह जो क्वेश्चन रिपीट हो जाते हैं क्वेश्चन, तो याद रखा करो। नैक्सट क्वेश्चन बहुत इंपॉर्टेंट है, जीरो बेस बजट का निर्माता कौन है। जीरो बेस बजट, सो इसके निर्माता ने दोस्तों पीटर ए फेयर,
बी ऑप्शन राइट आंसर पीटर ए फेयर ने जो कि बजट पेश किया जाता है किहड़ा जी जीरो बेस बजट ठीक है उसके निर्माता सी पीटर ए फेयर। सो ये भी इंपॉर्टेंट क्वेश्चन सो याद रखना तुसीं इसनूं। नैक्सट क्वेश्चन है भारतीय संविधान सभा ਹੀਠ ਲਿਖਿਆਂ ਵਿੱਚੋਂ ਕਿਸ ਰਾਹੀਂ ਦੋ ਪੱਖੀ ਬਣ ਗਈ। ਤਾਂ ਦੋਸਤੋ ਜੋ ਕਿ ਭਾਰਤੀ ਵਿਧਾਨ ਸਭਾ ਸੀ ਇਹਨਾਂ ਵਿੱਚੋਂ ਕਿਹੜੇ ਐਕਟ ਸੁਧਾਰ ਰਾਹੀਂ ਦੋ ਪੱਖੀ ਬਣੀ ਸੀ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ ਮੋਟੇਂਗ ਚੈਮਸਫੋਰਡ ਸੁਧਾਰ ਦੇ ਰਾਹੀਂ ਠੀਕ ਹੈ ਜੀ। ਸੋ ਆਪਣਾ ਜ਼ਿਆਦਾਤਰ ਧਿਆਨ ਹੈ ਦੋਸਤੋ ਉਹ ਬੀ ਆਪਸ਼ਨ ਦੇ ਵੱਲ ਜਾ ਜਾਂਦਾ ਹੈ ਭਾਰਤ ਸਰਕਾਰ ਐਕਟ 1935 ਤਾਂ ਇਹ ਨਹੀਂ ਹੋਏਗਾ। ਸੋ ਇਹ ਆਪਸ਼ਨ ਰਾਈਟ ਆਂਸਰ ਹੈ ਮੋਟੇਂਗ ਚੈਮਸਫੋਰਡ ਸੁਧਾਰ ਦੇ ਰਾਹੀਂ। ਸੋ ਭਾਰਤੀ ਵਿਧਾਨ ਸਭਾ ਤੋਂ ਦੋ ਪੱਖੀ ਬਣ ਗਈ ਸੀ ਇਸ ਦੇ ਸੁਧਾਰ ਦੇ ਰਾਹੀਂ ਠੀਕ ਹੈ। ਸੋ ਆਪਸ਼ਨ ਨੰਬਰ ਏ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਕਿਸ ਸਾਲ ਵਿੱਚ ਸਿੱਕਮ ਨੂੰ ਭਾਰਤੀ ਸੰਘ ਦੇ ਇੱਕ ਪੂਰਨ ਰਾਜ ਦਾ ਦਰਜਾ ਮਿਲਿਆ। ਸਿੱਕਮ ਨੂੰ ਕਿਸ ਸਾਲ ਦੇ ਵਿੱਚ ਸੋ ਭਾਰਤੀ ਸੰਘ ਦੇ ਇੱਕ ਪੂਰਨ ਰਾਜ ਦੇ ਤੌਰ 'ਤੇ ਸਟੇਟ ਦਾ ਦਰਜਾ ਮਿਲਿਆ ਸੀ ਰਾਜ ਦਾ ਦਰਜਾ ਮਿਲਿਆ ਸੀ ਉਸ ਨੂੰ। ਇਹ ਮਿਲਿਆ ਸੀ ਦੋਸਤੋ 1975 ਦੇ ਵਿੱਚ ਡੀ ਆਪਸ਼ਨ ਰਾਈਟ ਆਂਸਰ ਹੈ ਇਸ ਦਾ 1975 ਦੇ ਵਿੱਚ ਮਿਲਿਆ ਸੀ ਸਿੱਕਮ ਨੂੰ ਸੋ ਭਾਰਤੀ ਸੰਘ ਦੇ ਪੂਰਨ ਸਟੇਟ ਦਾ ਦਰਜਾ ਠੀਕ ਹੈ ਡੀ ਆਪਸ਼ਨ ਰਾਈਟ ਆਂਸਰ ਹੈ ਇਸ ਦਾ। ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੋਵਾਂ ਦੇ ਵਿੱਚ ਟਕਰਾਅ ਦੀ ਸਥਿਤੀ ਦੇ ਵਿੱਚ ਬੁਨਿਆਦੀ ਅਧਿਕਾਰਾਂ ਨੂੰ ਨੀਤੀ ਦੇ ਨਿਰਦੇਸ਼ ਸਿਧਾਂਤਾਂ ਨਾਲੋਂ ਜੋ ਪਹਿਲ ਆ ਉਹ ਮਿਲੇਗੀ। ਤਾਂ ਕੁਐਸਚਨ ਨੂੰ ਬੜੇ ਆਰਾਮ ਦੇ ਨਾਲ ਸਮਝੋ। ਪਹਿਲਾਂ ਇਸ ਦੇ ਵਿੱਚ ਪੁੱਛਿਆ ਕੀ ਗਿਆ ਹੈ ਇਹਨਾਂ ਦੇ ਵਿੱਚ ਕੇਸ ਦਰਜ ਕੀਤੇ ਗਏ ਨੇ ਠੀਕ ਹੈ। ਇਹਨਾਂ ਕੇਸਾਂ ਦੇ ਵਿੱਚ ਦੱਸਣਾ ਆਪਣੇ ਵੀ ਸੁਪਰੀਮ ਕੋਰਟ ਨੇ ਇਸ ਦੇ ਵਿੱਚ ਕਿਸ ਦੇ ਵਿੱਚ ਕਿਹਾ ਸੀ ਠੀਕ ਹੈ ਜੀ ਕਿ ਜਦੋਂ ਵੀ ਦੋਵਾਂ ਦੇ ਵਿੱਚ ਟਕਰਾਅ ਪੈਦਾ ਹੁੰਦਾ ਹੈ ਠੀਕ ਹੈ ਉਸ ਸਥਿਤੀ ਦੇ ਵਿੱਚ ਜੋ ਆਪਣੇ ਬੁਨਿਆਦੀ ਅਧਿਕਾਰ ਨੇ ਠੀਕ ਹੈ ਜੋ ਅਧਿਕਾਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਅਤੇ ਉਦੋਂ ਨਿਰਦੇਸ਼ਕ ਸਿਧਾਂਤ ਨੇ ਤਾਂ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚੋਂ ਸੋ ਪਹਿਲ ਕਿਸ ਦੇ ਵਿੱਚ ਮਿਲੇਗੀ ਠੀਕ ਹੈ ਉਹ ਪੁੱਛਿਆ ਗਿਆ ਹੈ। ਤਾਂ ਇਸ ਲਈ ਦੋਸਤੋ ਇਸ ਦੇ ਵਿੱਚੋਂ ਰਾਈਟ ਆਂਸਰ ਸੀ ए ऑप्शन राइट आंसर इसका मद्रास बनाम चंपाकम दोराए राजन ठीक है जी। ये सी दोस्तों किहड़ा केस सी ये मद्रास बनाम चंपाकम दोराए राजन। नाम थोड़ा जिहा औखा है बट तुसीं याद करोगे तो आसानी नाल याद हो जाएगा क्योंकि पेपर दे विच जेकर डिफिकल्ट क्वेश्चन आउंदा कोई तो इस तरह की पूछे जाते हैं ठीक है केसां दे रिलेटेड ही। तो ये क्वेश्चन जरूर पढ़ लिओ एक बारी ठीक है जी। मैं ये क्वेश्चन मेरे सामने आया तो मैं तुहानूं पेश कर दिता सो याद रखियो इस क्वेश्चन नूं। नैक्सट क्वेश्चन देखो गाइस तो तुहानूं ये क्वेश्चन पढ़ने में बड़े औखे लग रहे होने क्योंकि अलग टाइप के क्वेश्चन ने क्योंकि पोलीटिकल साइंस के ने ठीक है। बाकी आम क्वेश्चन अपन ज़्यादातर आउंदे हुंदे ने। नैक्सट क्वेश्चन है सरकार ने 1996 ਦੇ ਵਿੱਚ अनुसूचित खेतर एक्टां ਦੇ ਵਿੱਚ पंचायत विस्तार लागू ਕੀਤਾ ਸੀ। ਹਿੱਟ ਲਿਖੇ ਵਿੱਚੋਂ ਕਿਹੜਾ ਇਸ ਦੇ ਉਦੇਸ਼ ਵਜੋਂ ਮਾਨਤਾ ਪ੍ਰਾਪਤ ਨਹੀਂ ਹੈ। ਤਾਂ ਇਹਨਾਂ ਦੇ ਵਿੱਚੋਂ ਜੋ ਪੰਚਾਇਤ ਰਾਜ ਵਿਸਥਾਰ ਲਾਗੂ ਦੇ ਵਿੱਚੋਂ ਇਹਨਾਂ ਦੇ ਵਿੱਚ ਕਿਹੜਾ ਜੋ ਮਾਨਤਾ ਪ੍ਰਾਪਤ ਨਹੀਂ ਹੈ। ਤਾਂ ਵੀਡੀਓ ਨੂੰ ਪੌਜ਼ ਕਰਕੇ ਆਸਾਨੀ ਦੇ ਨਾਲ ਪੜ੍ਹ ਸਕਦੇ ਹੋ ਤੁਸੀਂ ਦੋਸਤੋ। ਤਾਂ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ ਆਪਸ਼ਨ ਰਾਈਟ ਆਂਸਰ ਹੈ ਕਬਾਇਲੀ ਖੇਤਰਾਂ ਦੇ ਵਿੱਚ ਸੁਤੰਤਰ ਖੇਤਰ ਬਣਾਉਣ ਦੇ ਲਈ। ਸੋ ਇਹ ਉਦੇਸ਼ ਸੀ ਜਿਹੜਾ ਜੋ ਕਿ ਰੱਖਿਆ ਗਿਆ ਸੀ ਠੀਕ ਹੈ ਅਨੁਸੂਚਿਤ ਖੇਤਰਾਂ ਦੇ ਵਿੱਚ ਐਕਟ ਦੇ ਅਧੀਨ ਤਾਂ ਇਹ ਸ਼ਾਮਲ ਨਹੀਂ ਸੀ ਕਬਾਇਲੀ ਖੇਤਰਾਂ ਵਿੱਚ ਸੁਤੰਤਰ ਖੇਤਰ ਬਣਾਉਣ ਦੇ ਲਈ। ਤਾਂ ਡੀ ਆਪਸ਼ਨ ਰਾਈਟ ਆਂਸਰ ਹੈ ਇਸ ਦਾ ਠੀਕ ਹੈ ਜੀ। आई होप समझ लग गया होगा क्वेश्चन। नैक्सट क्वेश्चन हेठ लिखिया विचों किस आधार ते राष्ट्रपति द्वारा आर्टिकल 352 के तहत राष्ट्रीय एमरजेंसी की घोषणा नहीं की जा सकती। तो तुमने जो एमरजेंसी पढ़ी होने गाइस 352 तो 1960 तक ठीक है जी। तो उसके तहत जो 352 पूछा है तो देखो आप पढ़ते 352 के सो हथियारबंद बगावत वाला बिल्कुल सही है। युद्ध इस शामिल हो गया। वित्तीय स्थिरता इस शामिल नहीं है ठीक है जी। एक इहदे विच 360 दे विच है तो ब्रह्मा अभिक्रमण ये भी इस शामिल है। तो जो कि नहीं की गई तो सी ऑप्शन राइट आंसर है जी वित्तीय स्थिरता ठीक है जी। तो ये क्वेश्चन तुसीं रेडी रखने ने सो सी ऑप्शन राइट आंसर इसका। नैक्सट क्वेश्चन भारत के कानून अति न्याय के पहले मंत्री कौन हैं। बिल्कुल आसान क्वेश्चन है बेसिक क्वेश्चन है। तो पहले कानून ते नियम पहले मंत्री से दोस्तों भीम राव अंबेडकर सी ऑप्शन राइट आंसर भीम राव अंबेडकर। नैक्सट क्वेश्चन पार्टी से संबंधित क्वेश्चन है भारतीय जनता पार्टी यानी कि बीजेपी है जो पार्टी है उसकी स्थापना कदों हुई सी। ये भी एग्जाम के क्वेश्चन बने हुए हैं पार्टी रिलेटेड ठीक है जी।
ਤਾਂ ਮੈਂ ਤਾਂ ਹੀ ਕਿਹਾ ਵੀ ਜਿੰਨੀ ਪਾਰਟੀ ਨੇ ਉਹਨਾਂ ਦੀ ਸਥਾਪਨਾ ਦਿਵਸ ਵੀ ਜ਼ਰੂਰ ਯਾਦ ਰੱਖਿਓ। ਤਾਂ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਜੋ ਕਿ ਕੀਤੀ ਗਈ ਸੀ ਦੋਸਤੋ 6 ਅਪ੍ਰੈਲ 1980 ਦੇ ਵਿੱਚ। ਬੀ ਆਪਸ਼ਨ ਰਾਈਟ ਆਂਸਰ ਹੈ ਜੀ, 6 ਅਪ੍ਰੈਲ 1980 ਦੇ ਵਿੱਚ ਕੀਤੀ ਗਈ ਸੀ। ਸੋ ਬੀਜੇਪੀ ਪਾਰਟੀ ਦੀ ਸਥਾਪਨਾ, ਠੀਕ ਹੈ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਇਜ਼ ਦ ਰਾਈਟ ਆਂਸਰ। ਨੈਕਸਟ ਕੁਐਸਚਨ ਵੀ ਇੰਪੋਰਟੈਂਟ ਕੁਐਸਚਨ ਹੈ। ਲੂਣ ਸੱਤਿਆਗ੍ਰਹਿ ਜਾਂ ਫਿਰ ਨਮਕ ਸੱਤਿਆਗ੍ਰਹਿ ਆਪਾਂ ਕਹਿ ਦਿੰਦੇ ਹਾਂ ਦੇ ਦੌਰਾਨ ਹੇਠ ਲਿਖਿਆਂ ਵਿੱਚੋਂ ਕੌਣ ਗਾਂਧੀ ਜੀ ਨਾਲ ਜੁੜਿਆ ਸੀ? ਇਹਨਾਂ ਦੇ ਵਿੱਚੋਂ ਗਾਂਧੀ ਜੀ ਦੇ ਨਾਲ ਕੌਣ ਜੁੜਿਆ ਹੋਇਆ ਸੀ ਨਮਕ ਸੱਤਿਆਗ੍ਰਹਿ ਦੇ ਦੌਰਾਨ? ਤਾਂ ਜੋ ਨਮਕ ਸੱਤਿਆਗ੍ਰਹਿ ਦੇ ਦੌਰਾਨ ਗਾਂਧੀ ਜੀ ਨਾਲ ਜੁੜਿਆ ਸੀ, ਸੋ ਉਹਨਾਂ ਦਾ ਨਾਮ ਹੈ ਸਰੋਜਨੀ ਨਾਇਡੂ। ਬੀ ਆਪਸ਼ਨ ਰਾਈਟ ਆਂਸਰ ਹੋਏਗਾ ਇਹਨਾਂ ਦੇ ਵਿੱਚੋਂ, ਠੀਕ ਹੈ ਜੀ। ਸੋ ਕੁਐਸਚਨ ਇਹ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਵਾਰੀ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਹੈ ਇਹ, ਸੋ ਯਾਦ ਰੱਖਿਓ ਸਰੋਜਨੀ ਨਾਇਡੂ ਇਜ਼ ਦ ਰਾਈਟ ਆਂਸਰ। ਗਾਂਧੀ ਨਾਲ ਜੁੜੇ ਸੀ ਨਮਕ ਸੱਤਿਆਗ੍ਰਹਿ ਦੇ ਦੌਰਾਨ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਸਥਾਪਕ ਹੇਠ ਲਿਖਿਆਂ ਵਿੱਚੋਂ ਕੌਣ ਹੈ? ਦੇਖੋ ਇਹਨਾਂ ਦੇ ਸੰਸਥਾਪਕ ਪੁੱਛਿਆ ਗਿਆ ਰਾਸ਼ਟਰੀ ਸਵੈ ਸੇਵਕ ਸੰਘ ਦੇ, ਤਾਂ ਇਹਨਾਂ ਦੇ ਸੰਸਥਾਪਕ ਨੇ ਗਾਈਸ, ਸੋ ਇਹਨਾਂ ਦਾ ਨਾਮ ਵੀ ਥੋੜ੍ਹਾ ਜਿਹਾ ਟੇਢਾ ਹੈ ਬਟ ਆਸਾਨੀ ਨਾਲ ਯਾਦ ਹੋ ਸਕਦਾ ਜੇਕਰ ਤੁਸੀਂ ਯਾਦ ਕਰੋ। ਕੇਸ਼ਵ ਬਲੀਰਾਮ ਹੈਡਗੇਵਾਰ, ਡੀ ਆਪਸ਼ਨ ਰਾਈਟ ਆਂਸਰ ਹੈ ਜੀ, ਕੇਸ਼ਵ ਬਲੀਰਾਮ ਹੈਡਗੇਵਾਰ ਹੈ, ਠੀਕ ਹੈ। ਕਈ ਵਾਰ ਸੋ ਇਹਨਾਂ ਦੇ ਮਤਲਬ ਕਿ ਸ਼ਾਰਟਕਟ ਦੇ ਵਿੱਚ ਹੀ ਦਿੱਤਾ ਹੁੰਦਾ ਹੈ, ਤਾਂ ਪੂਰਾ ਨਾਮ ਯਾਦ ਰੱਖਿਓ। ਸੋ ਕੇਸ਼ਵ ਬਲੀਰਾਮ ਹੈਡਗੇਵਾਰ, ਸੋ ਡੀ ਆਪਸ਼ਨ ਰਾਈਟ ਆਂਸਰ ਹੈ ਜੀ, ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਸਥਾਪਕ। ਨੈਕਸਟ ਕੁਐਸਚਨ, ਭਾਰਤ ਦੀ ਆਜ਼ਾਦੀ ਦੇ ਸਮੇਂ ਗਵਰਨਰ ਜਨਰਲ ਕੌਣ ਸੀ? ਬਿਲਕੁਲ ਆਸਾਨ ਕੁਐਸਚਨ ਹੈ ਜੀ, ज़्यादा टाइम नहीं लवांगे। सो डी ऑप्शन राइट आंसर है जी, लॉर्ड माउंटबेटन, ठीक है जी, जो कि आज़ादी के समय गवर्नर जनरल सी भारत की आज़ादी के समय लॉर्ड माउंटबेटन। नैक्सट क्वेश्चन आ गया जी, आम आदमी पार्टी की स्थापना कदों हुई सी? एक क्वेश्चन अपने उपर ही पढ़ लिया सी, सो बीजेपी वाला 1980 वाला, ठीक है जी। हुण इत्थे पूछा गया है आम आदमी पार्टी वाला, सबनूं याद ही होना लगभग 2012 ਦੇ हुई सी, पर करप्ट डेट सी इसकी बी ऑप्शन राइट आंसर 26 नवंबर 2012 ਦੇ, ठीक है जी। 26 नवंबर 2012 हुई सी आम आदमी पार्टी की स्थापना, सो बी ऑप्शन राइट आंसर है जी। नैक्सट वेखो क्वेश्चन, ऑल इंडिया ट्रेड यूनियन कांग्रेस के पहले प्रधान कौन सन? यह भी क्वेश्चन हम पिछले पुलिस एग्जाम हुई सी उन्होंने पूछा हुआ क्वेश्चन है। तो ऑल इंडिया ट्रेड यूनियन कांग्रेस के जो पहले प्रधान सी, सो उन्होंने नाम है लाला लाजपत राय, बी ऑप्शन राइट आंसर है जी। तो आपने पढ़िया भी होना क्वेश्चन है, ठीक है जी। सो ऑल इंडिया ट्रेड यूनियन सी जो कांग्रेस के पहले प्रधान लाला लाजपत राय, बी ऑप्शन राइट आंसर है। लास्ट क्वेश्चन है जी अपने को इस क्लास का, इंडियन नैशनल कांग्रेस के पहले प्रधान कौन सी? इतने अपने को आई गाइस INC की गल, इंडियन नैशनल कांग्रेस की, सो इसके पहले प्रधान कौन सी? 4 ऑप्शन अपने को दित्तियां ने, तो पहला मांगे तुसीं इसका आंसर नीचे कमेंट बॉक्स के करना है, ठीक है जी। बिल्कुल आसान क्वेश्चन है, बेसिक जो क्वेश्चन है, बहुत बार एग्जाम के रिपीट भी होया है, ठीक है जी। तो लगभग बहुत सारे स्टूडेंट ने याद भी होना, सो अपना सही आंसर नीचे कमेंट बॉक्स में दस्सिओ। तो नैक्सट इसका आंसर आप तुहानूं अगली वीडियो में तुहानूं दस देंगे, ठीक है जी। तो जेकर वीडियो वधिया लगी है प्लीज़ वीडियो को वध तो वध लाइक करियो, ठीक है जी। तो इस वीडियो में अपने दोस्तों के नाल वध तो वध शेयर करियो। तो जेकर चैनल पर नवे जुड़े हो तो चैनल सबसक्राइब करके नाल बैल आइकन है उसनूं जरूर प्रेस कर लियो, तां जो तुहानूं हर नवी वीडियो की अपडेट है जो समय समय के उपर मिलती रहे। तो तुहाडे लई असीं सो क्लर्क के जो नवे नवे जो अपने टॉपिक ने जीके दे वो तुहानूं सारे कवर करा देंगे, ठीक है जी। तो अपने होर भी बहुत सारी वीडियो आ चुकी ने पहला ही मैथ दियाँ, तो तुसीं चैनल की प्लेलिस्ट भी जाके विजिट कर लियो, ठीक है। तो ठीक है जी, सो मिलते हैं नैक्सट टाइम नैक्सट वीडियो। ओके, थैंक यू, थैंक्स फॉर वॉचिंग।